ਉਹ ਚੱਲ ਰਹੀ ਗੁਰਬਾਣੀ ਸ਼ਬਦ ਦੀ ਵਿਚਾਰ ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਨਾਲ ਮਿਲ ਕੇ ਕਰਦੇ ਹਾਂ। ਜਿੰਨੀ ਕੁ ਸੋਝੀ ਗੁਰਬਾਣੀ ਤੋਂ ਪ੍ਰਾਪਤ ਹੁੰਦੀ ਹੈ ਉਨੀ ਕੁ ਵਿਚਾਰ ਕਰਦੇ ਹਾਂ। ਅਗਾਂਹ ਹੋਰ ਵੀ ਸੋਝੀ ਗੁਰਬਾਣੀ ਬਖਸ਼ਦੀ ਰਹਿੰਦੀ ਹੈ। ਜਿੰਨਾ ਜਿੰਨਾ ਸਾਡਾ ਮਨ ਸ਼ੁੱਧ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਇਸ ਮਨ ਦੀ ਹੋਰ ਸੋਝੀ ਆਉਂਦੀ ਜਾਂਦੀ ਹੈ। ਸਾਰੇ ਭਰਮ ਭੁਲੇਖੇ ਦੂਰ ਹੁੰਦੇ ਚਲੇ ਜਾਂਦੇ ਆ। ਸੋ ਇਹੀ ਜੋਤ ਇੱਕ ਦਿਨ ਪੂਰਨ ਸੋਝੀ ਪ੍ਰਾਪਤ ਕਰਕੇ ਪੂਰਨ ਬ੍ਰਹਮ ਬਣ ਜਾਂਦੀ ਹੈ। ਪੂਰਨ ਬ੍ਰਹਮ ਬਣ ਕੇ ਭਵ ਸਾਗਰ ਤੋਂ ਪਾਰ ਸੁਖ ਸਾਗਰ ਵਿੱਚ ਨਿਵਾਸ ਕਰਦੀ ਹੈ, ਜਿੱਥੇ ਇਸ ਨੂੰ ਪਾਰ ਬ੍ਰਹਮ ਸ਼ਬਦ ਦੇ ਨਾਲ ਨਿਵਾਜਿਆ ਜਾਂਦਾ ਹੈ। ਆਪਾਂ ਸਾਹਿਬ ਦੇ ਬਚਨ ਦੀ ਵਿਚਾਰ ਕੀਤੀ ਸੀ, ਜੇ ਕੋ ਬੁਝੈ ਹੋਵੇ ਸਚਿਆਰ ਤਬਲੇ ਉੱਪਰ ਕੀਤਾ ਭਾਰ। ਉਸ ਤੋਂ ਜਿਹੜਾ ਅੱਗੇ ਬਚਨ ਹੈ ਉਸ ਦੀ ਵਿਚਾਰ ਕਰਾਂਗੇ। ਪਾਤਸ਼ਾਹ ਕਹਿੰਦੇ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ। ਉਹਨਾਂ ਮੱਤਾਂ ਨੂੰ ਵੀ ਸ਼ੁੱਧ ਕਰਦੇ ਹਨ ਜਿਹੜੀਆਂ ਮੱਤਾਂ ਦੇ ਅੰਦਰ ਭਰਮ ਹੈ, ਜਿਹੜੀਆਂ ਆਤਮਾਵਾਂ ਦੇ ਅੰਦਰ ਭਰਮ ਹੈ ਉਸ ਭਰਮ ਨੂੰ ਵੀ ਪਾਤਸ਼ਾਹ ਦੂਰ ਕਰਦੇ ਹੈ ਤੇ ਜਿਹੜੀ ਸ੍ਰੇਸ਼ਟ ਜਾਣਕਾਰੀ ਹੈ ਉਹ ਵੀ ਬਖਸ਼ਦੇ। ਪਾਤਸ਼ਾਹ ਕਹਿੰਦੇ ਵੀ ਜੇ ਤੁਸੀਂ ਚਲੋ ਇਹ ਗੱਲ ਆਖਦੇ ਹੋ ਵੀ ਜਿਹੜੀ ਧਰਤੀ ਹੈ ਇਹ ਕਿਸੇ ਬਲਦ ਦੇ ਸਿਰ ਤੇ ਖੜੀ ਹੈ, ਤੇ ਫਿਰ ਧਰਤੀਆਂ ਤਾਂ ਬਹੁਤ ਹਨ ਤੇ ਫਿਰ ਬਲਦ ਵੀ ਬਹੁਤ ਹੋਣਗੇ। ਫਿਰ ਜਿਸ ਧਰਤੀ ਦੇ ਉੱਪਰ ਬਲਦ ਖੜਾ ਹੈ ਉਹਦੇ ਥੱਲੇ ਫਿਰ ਕੋਈ ਹੋਰ ਬਲਦ ਹੋਊਗਾ ਧਰਤੀ ਨੂੰ ਚੁੱਕਣ ਵਾਸਤੇ। ਇਹ ਗੱਲ ਠੀਕ ਹੈ ਕਿ ਬਲਦ ਹੀ ਹੈ ਜੋ ਇਸ ਧਰਤੀ ਨੂੰ ਚੁੱਕੀ ਖੜਾ ਹੈ, ਪਰ ਅਸਲ ਵਿੱਚ ਉਹ ਬਲਦ ਹੈ ਜਿਹੜਾ ਉਹ ਧਰਮ ਹੈ। ਉਹ ਕੋਈ ਇਸ ਤਰ੍ਹਾਂ ਦਾ ਸੰਸਾਰੀ ਜੂਨੀ ਜਿਹੜੀ ਬਲਦ ਹੈ ਉਹ ਇਸ ਤਰ੍ਹਾਂ ਦਾ ਕੋਈ ਬਲਦ ਨਹੀਂ ਹੈ। ਧਰਮ ਹੀ ਇੱਕ ਬਲਦ ਦਾ ਰੂਪ ਹੈ। ਤਾਂ ਹੀ ਧੌਲ ਧਰਮ ਲਿਖਿਆ ਕਿ ਉਹ ਬਿਲਕੁਲ ਸ੍ਰੇਸ਼ਟ ਹੈ, ਸ਼ੁੱਧ ਹੈ। ਜਿਹੜਾ ਹੁਕਮ ਹੈ ਜੋ ਪਰਮੇਸ਼ਰ ਹੈ ਉਹਦੀ ਜਿਹੜੀ ਸ਼ਕਤੀ ਹੈ ਉਹੀ ਇਸੇ ਧਰਤੀ ਨੂੰ ਆਪਣੇ ਹੁਕਮ ਦੇ ਵਿੱਚ ਚਲਾ ਰਹੀ ਹੈ। ਸੋ ਪਾਤਸ਼ਾਹ ਕਹਿੰਦੇ ਧਰਤੀ ਹੋਰ ਪਰੈ ਹੋਰ ਹੋਰ। ਜੇ ਤਾਂ ਹੁਣ ਅਸੀਂ ਬਾਹਰ ਮਾਇਆ ਦੀ ਜੋ ਰਚਨਾ ਉਹ 'ਚ ਦੇਖਿਆ ਜਾਵੇ ਤਾਂ ਇੱਥੇ ਤਾਂ ਬਹੁਤ ਕੁਛ ਹੈ। ਧਰਤੀਆਂ ਦਾ ਵੀ ਕੋਈ ਅੰਤ ਨਹੀਂ, ਗ੍ਰਹਿਾਂ ਦਾ ਕੋਈ ਅੰਤ ਨਹੀਂ, ਨਛੱਤਰਾਂ ਦਾ ਕੋਈ ਅੰਤ ਨਹੀਂ, ਤਾਰਿਆਂ ਦਾ ਕੋਈ ਅੰਤ ਨਹੀਂ। ਪਰ ਅਸਲ ਵਿੱਚ ਇੱਧਰ ਨੂੰ ਜਾਣਾ ਸਾਡਾ ਵਿਸ਼ਾ ਨਹੀਂ, ਇਹ ਮਾਇਆ ਹੈ। ਜਿਹਨੇ ਸਫ਼ਰ ਕਰਨਾ ਹੈ ਉਹ ਖੁਦ ਚੇਤਨ ਸਰੂਪ ਹੈ। ਸੋ ਚੇਤਨ ਕਦੇ ਵੀ ਮਾਇਆ ਦੀ ਖੋਜ ਨਹੀਂ ਕਰਦਾ, ਚੇਤਨ ਚੇਤਨ ਦੀ ਖੋਜ ਕਰਦਾ, ਭਾਵ ਆਪਣੇ ਆਪੇ ਦੀ ਖੋਜ ਕਰਦਾ। ਇਹ ਜਿਹੜੀ ਗੱਲ ਹੈ ਇਹ ਕਿਸੇ ਧਰਮ ਦੇ ਗ੍ਰੰਥਾਂ ਵਿੱਚ ਨਹੀਂ, ਸਿਰਫ ਵੇਦ ਵਿੱਚ ਹੈ। ਕਹਿੰਦੇ ਗੁਰਮੁਖਾਂ ਤੋਂ ਸੁਣਿਆ ਤੇ ਜਾਂ ਫਿਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ ਜਿਹੜੀ ਖੁਦ ਆਪਣੇ ਆਪ ਨੂੰ ਖੋਜਣ ਦੀ ਗੱਲ ਆਖਦੀ ਹੈ। ਬਾਕੀ ਗ੍ਰੰਥਾਂ ਦੇ ਅੰਦਰ ਮਾਇਆ ਨੂੰ ਖੋਜਣ ਦੀ ਰਚਨਾ ਜੋ ਰਚੀ ਗਈ ਹੈ ਉਸ ਬਾਰੇ ਵਿਖਿਆਨ ਹੈ। ਤੇ ਸੰਸਾਰ ਦੇ ਵਿੱਚ ਮਨੁੱਖਾ ਤਨ ਦੇ ਅੰਦਰ ਬਹੁਤਾਤ ਮਾਇਆ ਦੀ ਖੋਜ ਵਿੱਚ ਹੀ ਲੱਗੇ ਹੋਏ ਹਨ। ਸਵੈਮ ਆਪਣੇ ਆਪ ਦੀ ਖੋਜ ਕੋਈ ਵਿਰਲੇ ਹਨ ਜਿਹੜੇ ਕਰਦੇ ਹਨ। ਸੋ ਇਸੇ ਗੱਲ ਕਰਕੇ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਵੀ ਬਚਨ ਆਖਿਆ ਕਿ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ। ਜਿਹੜਾ ਬੰਦਾ ਹੈ ਉਹ ਸਾਡੀ ਜੋਤ ਹੈ, ਸਰੀਰ ਨਹੀਂ ਹੈ। ਵੈਸੇ ਅਸੀਂ ਸਰੀਰ ਨੂੰ ਬੰਦਾ ਜ਼ਰੂਰ ਕਹਿੰਦੇ ਆ, ਪਰ ਗੁਰਬਾਣੀ ਜੋਤ ਨੂੰ ਹੀ ਬੰਦਾ ਮੰਨਦੀ ਹੈ। ਬੰਦੇ ਖੋਜ ਦਿਲ ਹਰ ਰੋਜ਼। ਬੰਦੇ ਨੂੰ ਆਖਿਆ ਵੀ ਤੂੰ ਆਪਣੇ ਦਿਲ ਨੂੰ ਖੋਜ, ਭਾਵ ਕੇ ਆਪਣੇ ਮੋੜ ਨੂੰ ਪਛਾਣ, ਤੂੰ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰ।
ਜਦੋਂ ਤੂੰ ਸਵੈਮ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰੇਂਗਾ, ਫਿਰ ਨਾ ਪਰੇਸ਼ਾਨੀ ਨਾ ਫਿਰ ਪਰੇਸ਼ਾਨੀ ਫਿਰ ਤੇਰੇ ਅੰਦਰ ਕੋਈ ਪਰੇਸ਼ਾਨੀ ਰਹਿਣੀ ਨਹੀਂ। ਜਦੋਂ ਅਸੀਂ ਕਿਸੇ ਗੱਲੋਂ ਸਰੀਰ ਕਰਕੇ ਵੀ ਜੇ ਪੀੜਤ ਹੁੰਦੇ ਹਾਂ, ਤੇ ਜਦੋਂ ਅਸੀਂ ਸਰੀਰ ਨੂੰ ਆਪਣੇ ਨੂੰ ਤੰਦਰੁਸਤ ਕਰ ਲੈਂਦੇ ਹਾਂ, ਫਿਰ ਸਾਨੂੰ ਕੋਈ ਤਕਲੀਫ ਨਹੀਂ ਰਹਿੰਦੀ। ਇਸੇ ਤਰ੍ਹਾਂ ਜਦੋਂ ਅਸੀਂ ਆਤਮਿਕ ਤੌਰ ਤੇ ਪਰੇਸ਼ਾਨ ਹੁੰਦੇ ਹਾਂ, ਜਦੋਂ ਅਸੀਂ ਆਪਣੀ ਆਤਮਾ ਨੂੰ ਖੋਜ ਲੈਂਦੇ ਹਾਂ, ਉਸ ਦੀ ਔਖਦ ਲੱਭਦੇ ਹਾਂ ਤੇ ਉਸ ਔਖਦ ਨੂੰ ਵਰਤ ਲੈਂਦੇ ਹਾਂ, ਤਾਂ ਫਿਰ ਸਾਨੂੰ ਉੱਧਰ ਵੀ ਕੋਈ ਪੀੜਾ ਨਹੀਂ ਹੁੰਦੀ। ਸੋ ਪਾਤਸ਼ਾਹ ਕਹਿੰਦੇ ਧਰਤੀ ਹੋਰ ਪਰੈ ਹੋਰ ਹੋਰ, ਬੇਅੰਤ ਧਰਤੀਆਂ ਹਨ, ਕੋਈ ਅੰਤ ਨਹੀਂ ਹੈ ਬਾਹਰ ਵੀ। ਤੇ ਜਿਹੜੀ ਗੁਰਮਤ ਦੀ ਧਰਤੀ ਹੈ, ਜਿਹੜਾ ਹਿਰਦਾ, ਉਹ ਵੀ ਬੇਅੰਤ ਹਨ, ਕਿਉਂਕਿ ਜਿੰਨੀਆਂ ਜੋਤਾਂ ਭਵ ਸਾਗਰ ਦੇ ਅੰਦਰ ਨੇ, ਇਹ ਵੀ ਬੇਅੰਤ ਨੇ, ਜਿਨ੍ਹਾਂ ਦੇ ਅੰਦਰ ਵੀ ਹਿਰਦਾ ਹੈ। ਮਾਤਾ ਧਰਤ ਮਹਤ, ਮਤ ਮਾਤਾ, ਤੇ ਜਿਹੜੇ ਸੱਚਖੰਡ 'ਚ ਨੇ ਉਹਨਾਂ ਦੇ ਵੀ ਬੇਅੰਤ ਨੇ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ, ਉਹ ਵੀ ਗਿਣਤੀ ਤੋਂ ਰਹਿਤ ਨੇ। ਸੋ ਦਿਲ ਵਿੱਚੋਂ ਹੀ ਅਸੀਂ ਉਸ ਦੀ ਪ੍ਰਾਪਤੀ ਕਰਨੀ ਹੈ, ਤੇ ਦਿਲ ਵਿੱਚੋਂ ਹੀ ਪ੍ਰਾਪਤੀ ਹੁੰਦੀ ਹੈ, ਭਾਵ ਕਿ ਮਨ ਦੇ ਅੰਦਰ ਹੀ ਹੈ ਸਭ ਕੁਝ। ਮਨ ਮੈਂ ਹੈ ਆਪ, ਮਨ ਆਪਣੇ ਮਾਹਿ, ਸਭ ਕਿਛ ਘਰ ਮੈਂ ਬਾਹਰ ਕਿਛ ਨਾ, ਸਾਰਾ ਕੁਛ ਉਹਦੇ ਅੰਦਰ ਹੀ ਹੈ। ਸੋ ਦਿਲ ਵਿੱਚੋਂ ਹੀ ਉਸ ਦੀ ਪ੍ਰਾਪਤੀ ਹੋ ਜਾਣੀ ਹੈ। ਜਿਸ ਨੇ ਇਹ ਸ੍ਰਿਸ਼ਟੀ ਬਣਾਈ ਹੈ, ਉਸ ਕੋਲ ਖੜ ਕੇ ਸਾਰੀ ਸ੍ਰਿਸ਼ਟੀ ਦਿਖ ਜਾਣੀ। ਫਿਰ ਪਤਾ ਲੱਗ ਜਾਂਦਾ ਸਾਰੀ ਸ੍ਰਿਸ਼ਟੀ ਦਾ ਕਿ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਹੈ। ਤਿਸਤੈ ਭਾਰ ਤਲੈ ਕਵਣ ਜੋਰ, ਵੀ ਕਿਵੇਂ ਉਸ ਦਾ ਜਿਹੜਾ ਭਾਰ ਹੈ, ਕਿਵੇਂ ਹੁਕਮ ਚੱਲ ਰਿਹਾ, ਕਿਵੇਂ ਹੁਕਮ ਦਾ ਜਿਹੜਾ ਇਹ ਪਸਾਰਾ ਸੰਸਾਰ ਦੇ ਅੰਦਰ ਜਿਹੜੀ ਸ੍ਰਿਸ਼ਟੀ ਹੈ ਰਚੀ ਹੋਈ ਹੈ, ਕਿਵੇਂ ਹੁਕਮ ਵਰਤਾ ਰਿਹਾ, ਕਿਵੇਂ ਹੁਕਮ ਨਾਲ ਧਰਤੀ ਘੁੰਮਦੀ ਹੈ, ਕਿਵੇਂ ਸੂਰਜ ਚੜ੍ਹ ਜਾਂਦਾ, ਕਿਵੇਂ ਛਿਪਦਾ, ਕਿਵੇਂ ਤਾਰੇ ਨੇ, ਕਿਹੜੀਆਂ ਗੈਸਾਂ ਨੇ, ਕਿਹੜੇ ਤਰਲ ਪਦਾਰਥ ਨੇ, ਕਿਹੜੇ ਰਸਾਇਣ ਨੇ, ਕੀ ਨਿਊਟ੍ਰੋਨ ਪ੍ਰੋਟੋਨ ਇਲੈਕਟ੍ਰੋਨ ਕੀ ਹੈ, ਪਰਮਾਣੂ ਕੀ ਹੈ, ਹਰ ਇੱਕ ਚੀਜ਼ ਦੀ ਸੋਝੀ ਆ ਜਾਂਦੀ ਹੈ ਗੁਰਮੁਖ ਨੂੰ, ਬਗੈਰ ਖੋਜ ਕਰੇ ਤੋਂ ਮਾਇਆ ਦੀ, ਜਦੋਂ ਆਪਣੇ ਆਪ ਨੂੰ ਖੋਜ ਲੈਂਦਾ ਹੈ। ਕਿਉਂਕਿ ਜਦੋਂ ਆਪਣੇ ਆਪ ਨੂੰ ਖੋਜਦਾ, ਫਿਰ ਉਹ ਆਪਣੇ ਨਿੱਜ ਸਰੂਪ ਨੂੰ ਜਾਣ ਜਾਂਦਾ ਕਿ ਮੈਂ ਕੌਣ ਹਾਂ, ਤੇ ਫਿਰ ਉਹਨੂੰ ਸਾਰੀ ਸ੍ਰਿਸ਼ਟੀ ਦੀ ਵੀ ਸੋਝੀ ਆ ਜਾਂਦੀ ਹੈ ਵੀ ਕਿੱਥੇ ਕਿੱਥੇ ਕਿਵੇਂ ਕਿਵੇਂ ਹੋ ਰਿਹਾ। ਤਲਾ ਭਾਰ ਦੇ ਥੱਲੇ ਚੱਲ ਰਹੀ ਹੈ, ਹੁਕਮ ਦੇ ਵਿੱਚ ਚੱਲ ਰਹੀ ਹੈ। ਕਵਣ ਜੋਰ, ਕੈਸਾ ਜੋੜ ਹੈ ਮਾਇਆ ਦੇ ਨਾਲ ਚੇਤਨ ਦਾ, ਇਹ ਵੀ ਪਤਾ ਲੱਗ ਜਾਂਦਾ ਕਿ ਆਤਮਾ ਸਰੀਰ ਦੇ ਨਾਲ ਕਿਵੇਂ ਜੁੜਦੀ ਹੈ ਤੇ ਕਿਵੇਂ ਟੁੱਟਦੀ ਹੈ। ਕਿਉਂਕਿ ਆਤਮਾ ਦਾ ਜੋੜ ਹੈ ਸਰੀਰ ਦੇ ਨਾਲ, ਤੇ ਆਤਮਾ ਸਰੀਰ ਨੂੰ ਛੱਡ ਕੇ ਕਿਵੇਂ ਚਲੀ ਜਾਂਦੀ ਹੈ। ਸਰੀਰ ਦਾ ਕੁਝ ਨਹੀਂ ਟੁੱਟਦਾ, ਸਰੀਰ ਦੇ ਅੰਗ ਸਾਰੇ ਬਿਲਕੁਲ ਉਵੇਂ ਪਏ ਹੁੰਦੇ ਆ। ਤੇ ਜਦੋਂ ਸਰੀਰ ਬਣਾਉਂਦੀ ਹੈ, ਉਦੋਂ ਉਹਦੇ ਕੋਲ ਕੋਈ ਸਿਸਟਮ ਨਹੀਂ ਹੁੰਦਾ, ਬਸ ਗਰਭ 'ਚ ਆਈ, ਆ ਕੇ ਸਰੀਰ ਧਾਰਨਾ ਸ਼ੁਰੂ ਕਰ ਦਿੰਦੀ ਹੈ। ਕਿਵੇਂ ਅੱਖਾਂ ਬਣਦੀਆਂ ਨੇ, ਕਿਵੇਂ ਬ੍ਰੇਨ ਬਣਦਾ, ਕਿਵੇਂ ਬਲੱਡ ਬਣਦਾ, ਸਾਰਾ ਕੁਝ ਜੋ ਵੀ ਸਰੀਰ ਦਾ ਬਣਦਾ ਉਹਨੂੰ ਸਾਰਾ ਪਤਾ ਹੀ ਹੈ, ਉਹ ਆਪ ਹੀ ਬਣਾ ਲੈਂਦਾ। ਤੇ ਬਣਾ ਕੇ ਇੱਕ ਦਿਨ ਉਹ ਸਾਰਾ ਕੁਝ ਬਣਿਆ ਬਣਾਇਆ ਛੱਡ ਕੇ ਵੀ ਚਲਾ ਜਾਂਦਾ ਹੈ। ਜੋ ਸਰੀਰ ਦਾ ਬਣਾਉਂਦਾ ਹੈ, ਉਹ ਸਰੀਰ ਦਾ ਛੱਡ ਕੇ ਵੀ ਚਲਾ ਜਾਂਦਾ ਹੈ। ਕਿਵੇਂ ਉਸ ਦਾ ਹੁਕਮ ਹੈ, ਭਾਰ ਹੈ, ਸਾਰੇ ਸਵਾਲਾਂ ਦਾ ਜਵਾਬ ਉੱਥੇ ਜਾ ਕੇ ਮਿਲਦਾ ਜਦੋਂ ਇਹ ਹੁਕਮ ਨੂੰ ਬੁੱਝ ਲੈਂਦਾ। ਜਿੰਨਾ ਚਿਰ ਹੁਕਮ ਨਹੀਂ ਬੁੱਝਿਆ ਜਾਂਦਾ, ਫਿਰ ਸਵਾਲਾਂ ਦਾ ਜਵਾਬ ਨਹੀਂ ਹੁੰਦਾ, ਫਿਰ ਆਈਡੀਏ ਹੁੰਦੇ ਆ, ਅਨੁਭਵ ਹੁੰਦੇ ਆ, ਦ੍ਰਿੜਤਾ ਨਹੀਂ ਹੁੰਦੀ, ਭਰੋਸਾ ਨਹੀਂ ਹੁੰਦਾ, ਵਿਸ਼ਵਾਸ ਨਹੀਂ ਹੁੰਦਾ। ਭਗਤਾਂ ਨੇ ਭਰੋਸਾ ਕੀਤਾ ਹੈ, ਵਿਸ਼ਵਾਸ ਕੀਤਾ ਹੈ, ਸੱਤ ਕਰਕੇ ਮੰਨਿਆ। ਇਹ ਮੇਰੇ ਮਨਾ, ਜੇ ਤੂੰ ਗੁਰਬਾਣੀ ਨੂੰ ਸੱਚ ਕਰਕੇ ਮੰਨੇ ਤੇ ਇਹਦੀ ਗੱਲ ਤੇ ਭਰੋਸਾ ਕਰੇ, ਤਾਂ ਫਿਰ ਤੇਰੇ ਤੇ ਵੀ ਕਿਰਪਾ ਹੋਵੇਗੀ। ਇਹ ਨਹੀਂ ਹੋ ਸਕਦਾ ਕਿ ਕਿਰਪਾ ਨਾ ਹੋਵੇ, ਪਰ ਸ਼ਰਤ ਹੈ ਭਰੋਸਾ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ, ਸੱਤ ਕਰਕੇ ਮੰਨਣਾ ਚਾਹੀਦਾ। ਫਿਰ ਹਰ ਇੱਕ ਸਵਾਲ ਦਾ ਜਵਾਬ ਹੁੰਦਾ ਕਿ ਕਿਵੇਂ ਉਸ ਦਾ ਜੋਰ ਹੈ, ਭਾਵ ਕਿ ਜੋੜ ਕੀਤਾ ਸੰਸਾਰ ਦੇ ਨਾਲ, ਮਾਇਆ ਦੇ ਨਾਲ ਕਿਵੇਂ, ਤੇ ਮਾਇਆ ਤੋਂ ਨਿਰਲੇਪ ਵੀ ਕਿਵੇਂ ਹੈ। ਇਹ ਵੀ ਬੜੀ ਵੱਡੀ ਗੱਲ ਹੈ ਕਿ ਏਡੀ ਰਚਨਾ ਰਚੀ ਵੀ ਹੋਈ ਹੈ ਤੇ ਉਹਨੂੰ ਲੇਪ ਵੀ ਕੋਈ ਨਹੀਂ, ਨਿਰਲੇਪ ਵੀ ਹੈ ਤੇ ਹੈ ਵੀ ਮਾਇਆ 'ਚ।
ਚੇਤਨ ਮਾਇਆ ਨਾਲ ਕਿਵੇਂ ਜੁੜਦਾ ਹੈ ਤੇ ਕਿਵੇਂ ਇਹ ਜੀਵ ਆਤਮਾ ਸੁਖ ਸਾਗਰ ਤੋਂ ਭਵ ਸਾਗਰ ਵਿੱਚ ਆਈ, ਕੀ ਕਾਰਨ ਸੀ, ਉਹ ਸਭ ਕੁਝ ਸਮਝ ਆ ਜਾਂਦੀ। ਜਦੋਂ ਧਰਤੀ ਰੂਪੀ ਹਿਰਦੇ ਵਿੱਚ ਉਸ ਦਾ ਭਾਰ ਭਾਵ ਹੁਕਮ ਪ੍ਰਗਟ ਹੋ ਜਾਂਦਾ ਹੈ, ਤਲੈ ਕਵਣ ਜੋਰ, ਕਿਵੇਂ ਅੰਦਰ ਆਤਮਾ ਤੇ ਸਰੀਰ ਦਾ ਜੋੜ ਹੈ ਤੇ ਕਿਵੇਂ ਇਹ ਜੋੜ ਤੋੜ ਕੇ ਹੁਕਮ ਜਿਹੜਾ ਸਾਡਾ ਮੂਲ ਹੈ, ਰਾਮ ਹੈ, ਉਹਦੇ ਨਾਲ ਜੋੜ ਲੱਗ ਜਾਂਦਾ ਹੈ। ਜਿਵੇਂ ਪਾਤਸ਼ਾਹ ਕਹਿੰਦੇ ਤੁਮ ਸਿਓ ਜੋਰ ਅਵਰ ਸੰਗ ਤੋਰੀ। ਜਦੋਂ ਸੱਚੀ ਪ੍ਰੀਤ ਪੈਦਾ ਹੋ ਜਾਂਦੀ ਹੈ ਫਿਰ ਇਹ ਘਟਨਾ ਘਟਦੀ ਹੈ। ਸੋ ਇਹ ਜ਼ਰੂਰੀ ਹੈ। ਪਾਤਸ਼ਾਹ ਕਹਿੰਦੇ ਜਿੰਨਾ ਚਿਰ ਅਸੀਂ ਇਸ ਗੱਲ ਦੀ ਵਿਚਾਰ ਨਹੀਂ ਕਰਦੇ ਉਨਾ ਚਿਰ ਫਿਰ ਸਾਨੂੰ ਤਕਲੀਫ ਹੁੰਦੀ ਹੈ। ਸੋ ਧਰਤੀ ਹੋਰ ਪਰੈ ਹੋਰ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ, ਕੋਈ ਅੰਤ ਨਹੀਂ ਹੈ। ਹਰ ਇੱਕ ਦਾ ਆਪਣਾ ਹਿਰਦਾ ਹੈ ਤੇ ਕਿਵੇਂ ਇਹਨਾਂ ਧਰਤੀਆਂ ਦੇ ਉੱਪਰ ਉਹਦਾ ਹੁਕਮ ਚੱਲਦਾ ਹੈ, ਇਸ ਗੱਲ ਦੀ ਹੈ ਮੇਰੇ ਮਨਾਂ ਸੋਝੀ ਉਦੋਂ ਆ ਜਾਂਦੀ ਹੈ ਜਦੋਂ ਤੇਰੇ ਅੰਦਰ ਇਸ ਗੱਲ ਦੀ ਭੁੱਖ ਪੈਦਾ ਹੋ ਜਾਂਦੀ ਹੈ ਕਿ ਮੈਂ ਹੁਕਮ ਨੂੰ ਜਾਣਨਾ ਹੈ। ਪਹਿਲਾਂ ਆਪਣੇ ਆਪ ਨੂੰ ਜਾਣ, ਪਹਿਲਾਂ ਤਨ ਚੋਂ ਮਨ ਖੋਜ। ਜਦੋਂ ਤਨ ਚੋਂ ਮਨ ਖੋਜਿਆ ਗਿਆ ਤੇ ਮਨ ਦੇ ਵਿੱਚ ਉਹ ਆਪ ਹੀ ਹੈ। ਫਿਰ ਕੋਈ ਵੀ ਸੰਸਾਰ ਦੇ ਅੰਦਰ ਐਸਾ ਸਵਾਲ ਨਹੀਂ ਹੈ ਜਿਹਦਾ ਜਵਾਬ ਗੁਰਮੁਖ ਕੋਲ ਨਾ ਹੋਵੇ। ਹੋਰ ਸੰਸਾਰ ਦੇ ਕਿਸੇ ਸਵਾਲ ਦਾ ਕੋਈ ਜਵਾਬ ਨਹੀਂ ਦੇ ਸਕਦਾ ਸਿਰਫ ਗੁਰਮੁਖ ਤੋਂ ਬਿਨਾਂ। ਗੁਰਮੁਖ ਦੇ ਕੋਲ ਜਾ ਕੇ ਤੁਸੀਂ ਕੋਈ ਵੀ ਸਵਾਲ ਰੱਖਦੇ ਹੋ ਕਿਸੇ ਵੀ ਵਿਸ਼ੇ ਨਾਲ ਸੰਬੰਧਿਤ ਜੋ ਹੈ ਮਿਰਤ ਲੋਕ ਦੇ ਵਿੱਚ, ਤਿੰਨੇ ਲੋਕਾਂ ਦੇ ਸਵਾਲਾਂ ਦਾ ਜਵਾਬ ਗੁਰਮੁਖ ਸਪਸ਼ਟ ਦਿੰਦਾ ਹੈ। ਔਰ ਚੌਥੇ ਲੋਕ ਦਾ ਸਵਾਲ ਦਾ ਜਵਾਬ ਵੀ ਦਿੰਦਾ ਹੈ, ਪਰ ਚੌਥੇ ਲੋਕ ਦੇ ਸਵਾਲ ਦੇ ਜਵਾਬ ਨੂੰ ਸਾਨੂੰ ਸਮਝਣਾ ਬਹੁਤ ਔਖਾ ਹੋ ਜਾਂਦਾ। ਉਹ ਆਪਣੇ ਵੱਲੋਂ ਜਵਾਬ ਦੇ ਦਿੰਦਾ ਪਰ ਉਹ ਸਾਡੀ ਪਹੁੰਚ ਤੋਂ ਪਰੇ ਹੁੰਦਾ ਹੈ। ਉੱਥੇ ਜਾ ਕੇ ਹੀ ਸਾਡਾ ਫਰਕ ਪੈਂਦਾ ਸੀ ਕਿ ਵੀ ਇਸ ਤਰ੍ਹਾਂ ਨਹੀਂ ਹੁੰਦਾ। ਜਦ ਕਿ ਉਸੇ ਚੀਜ਼ ਤੇ ਭਰੋਸਾ ਕਰਨਾ ਪੈਂਦਾ ਹੈ। ਜਦੋਂ ਅਸੀਂ ਉਸ ਤੇ ਭਰੋਸਾ ਕਰ ਲੈਂਦੇ ਹਾਂ ਤਾਂ ਫਿਰ ਜਦੋਂ ਸਾਡਾ ਭਰੋਸਾ ਸਾਡਾ ਵਿਸ਼ਵਾਸ ਇੰਨਾ ਬਣਦਾ ਕਿ ਉਹ ਜਿਹੜਾ ਚੌਥੇ ਲੋਕ ਦਾ ਹੁਕਮ ਹੈ ਉਹ ਸਾਨੂੰ ਆਪਣੇ ਆਪ ਦੀ ਕਲੀਅਰੈਂਸ ਕਰਾ ਦਿੰਦਾ। ਹੋਰ ਨਹੀਂ ਕੋਈ ਚੀਜ਼ ਸਾਡੇ ਸਾਹਮਣੇ ਆਉਂਦੀ, ਸਾਨੂੰ ਆਪਣੇ ਆਪੇ ਦਾ ਹੀ ਪਤਾ ਲੱਗਦਾ, ਉੱਥੇ ਜਾ ਕੇ ਪਤਾ ਲੱਗਦਾ ਅਸਲ ਵਿੱਚ। ਜਿਵੇਂ ਪਾਤਸ਼ਾਹ ਕਹਿੰਦੇ ਤ੍ਰੈ ਗੁਣ ਮੇਟੈ ਖਾਈਐ ਸਾਰ, ਪਹਿਲਾਂ ਤਿੰਨੇ ਗੁਣਾਂ ਨੂੰ ਮਿਟਾਉਣਾ ਪੈਂਦਾ, ਰਜੋ ਤਮੋ ਸਤੋ। ਇਹਨਾਂ ਤੋਂ ਬਾਹਰ ਜਦੋਂ ਜਾਂਦੀ ਹੈ ਜੋਤ ਫੇਰ ਪਤਾ ਲੱਗਦਾ ਉਸ ਗੱਲ ਦਾ, ਉਨਾ ਚਿਰ ਨਹੀਂ ਪਤਾ ਲੱਗਦਾ। ਤਿੰਨੇ ਗੁਣਾਂ ਦੇ ਵਿੱਚ ਵੀ ਬੜੀ ਤਾਕਤ ਹੈ। ਤਿੰਨੇ ਗੁਣਾਂ 'ਚ ਮਾਇਆ 'ਚ ਸੋਝੀ ਜ਼ਰੂਰ ਹੋ ਜਾਂਦੀ ਹੈ, ਮੈਟਰ ਦੀ, ਚੇਤਨ ਦੀ ਨਹੀਂ ਹੁੰਦੀ। ਜਿਵੇਂ ਹੁਣ ਸਾਨੂੰ ਸੰਸਾਰੀ ਤੌਰ 'ਤੇ ਜਿਹੜੀ ਖੋਜ ਚੱਲਦੀ ਹੈ ਉਹਦਾ ਪਤਾ ਹੀ ਹੈ, ਉਹਦੇ ਨਾਲ ਕਿੰਨੀਆਂ ਸਹੂਲਤਾਂ ਹੋ ਗਈਆਂ, ਮੋਬਾਈਲ ਫੋਨ ਆ ਗਏ, ਹੋਰ ਕਿੰਨਾ ਕੁਛ ਆ, ਗੱਡੀਆਂ ਨੇ, ਕਿੰਨੀਆਂ ਸਹੂਲਤਾਂ ਨੇ। ਸਿਰਫ ਬਾਹਰਲੀ ਬਾਡੀ ਨੂੰ ਸਹੂਲਤ ਹੈ, ਆਤਮਾ ਨੂੰ ਇਹਦੇ ਨਾਲ ਕੋਈ ਸਹੂਲਤ ਨਹੀਂ ਹੈ। ਈਵਨ ਕਿ ਬਾਹਰਲੀ ਬਾਡੀ ਨੂੰ ਵੀ ਇੰਨੀ ਜ਼ਿਆਦਾ ਸਹੂਲਤ ਨਹੀਂ ਹੈ, ਤਕਲੀਫ ਹੀ ਹੈ। ਪਰ ਜਿਹੜੀ ਸਾਡੀ ਇੰਟਰਨਲ ਆਤਮਿਕ ਤੌਰ 'ਤੇ ਸਾਡੀ ਸ਼ਕਤੀ ਆ ਉਹ ਵੀਕ ਹੁੰਦੀ ਹੈ। ਮਾਇਆ ਦੀ ਖੋਜ ਨਾਲ ਜਾਂ ਮਾਇਆ ਦੇ ਵਿੱਚੋਂ ਪ੍ਰਾਪਤੀ ਨਾਲ ਸਾਡਾ ਆਤਮਿਕ ਬਲ ਵੱਧਦਾ ਨਹੀਂ, ਘਟਦਾ। ਬੌਧਿਕ ਬਲ ਸਾਡਾ ਕਮਜ਼ੋਰ ਹੁੰਦਾ ਜਾ ਰਿਹਾ ਹੈ। ਇਸੇ ਕਰਕੇ ਸੰਸਾਰ ਦੇ ਵਿੱਚ ਜਿਹੜੇ ਲੋਕ ਨੇ ਉਹ ਡਿਪਰੈਸ਼ਨ 'ਚ ਜਾ ਰਹੇ, ਚਿੰਤਾ ਵੱਧ ਰਹੀ ਹੈ, ਤਕਲੀਫਾਂ ਵੱਧ ਰਹੀਆਂ ਨੇ, ਬ੍ਰੇਨ ਦੇ ਉੱਪਰ ਇੰਨੀ ਜ਼ਿਆਦਾ ਸਟਰੈਸ ਆ। ਈਵਨ ਕਿ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ ਉਹਨਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਹੈ, ਕਿਉਂਕਿ ਉਹ ਆਪਣੇ ਆਪ ਨੂੰ ਧਾਰਮਿਕ ਕਹਾ ਰਹੇ ਨੇ। ਨਿਰਾਕਾਰੀ ਧਾਰਮਿਕ ਨਹੀਂ ਹੈ, ਸੰਸਾਰੀ ਧਾਰਮਿਕ ਨੇ। ਇਸੇ ਕਰਕੇ ਉਹ ਕਿਸੇ ਦੇ ਤਕਲੀਫ ਦਾ ਇਲਾਜ ਕਰਨਾ ਚਾਹੁੰਦੇ। ਮੈਂਟਲੀ ਤੁਸੀਂ ਕਿਸੇ ਦਾ ਇਲਾਜ ਨਹੀਂ ਕਰ ਸਕਦੇ, ਮੈਂਟਲੀ ਤੁਸੀਂ ਕਿਸੇ ਨੂੰ ਸਲਾਹ ਦੇ ਸਕਦੇ। ਗੁਰਬਾਣੀ ਸਲਾਹ ਦਿੰਦੀ ਹੈ ਕਿ ਤੂੰ ਆਪ ਐਂ ਕਰ, ਜੇ ਤੂੰ ਇਸ ਤਰ੍ਹਾਂ ਕਰੇਗਾ ਤਾਂ ਤੇਰੇ ਮਨ ਦੇ ਉੱਪਰੋਂ ਬੋਝ ਲਹੂਗਾ। ਬੰਦੇ ਖੋਜ ਦਿਲ ਹਰ ਰੋਜ਼, ਬੰਦੇ ਨੂੰ ਆਖਿਆ ਵੀ ਤੂੰ ਆਪਣਾ ਭਾਈ ਦਿਲ ਖੋਜ। ਇਹ ਨਹੀਂ ਪਾਤਸ਼ਾਹ ਨੇ ਆਖਿਆ ਵੀ ਅਸੀਂ ਤੇਰਾ ਇਲਾਜ ਕਰਦੇ, ਵੀ ਅਸੀਂ ਤੈਨੂੰ ਕਰਕੇ ਦਿੰਦੇ ਹਾਂ ਤੇਰਾ ਸਾਰਾ ਕੁਛ ਠੀਕ, ਨਹੀਂ ਆਖਿਆ। ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਰ, ਫਿਰ ਤੈਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ।
ਪਰ ਬਈ ਖੋਜ ਤੈਨੂੰ ਆਪ ਕਰਨੀ ਪੈਣੀ ਹੈ, ਭਾਵ ਕਿ ਆਪਣੇ ਆਪ ਨੂੰ ਆਪ ਵਿਚਾਰਨਾ ਪੈਂਦਾ ਵੀ ਕਿਹੜੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਤਕਲੀਫ ਦਿੰਦੀਆਂ ਨੇ ਆਤਮਿਕ ਤੌਰ ਤੇ। ਉਹਨਾਂ ਚੀਜ਼ਾਂ ਨੂੰ ਜਾਂ ਤਾਂ ਹੱਲ ਕੱਢ ਉਹਨਾਂ ਦਾ ਕੋਈ, ਜੇ ਉਹਨਾਂ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਛੱਡ ਦੇ, ਖੇੜਾ ਛੱਡ, ਕੋਈ ਨਵੇਂ ਪਾਸੇ ਨੂੰ ਤੁਰ ਪੈ। ਪਰ ਅਸੀਂ ਧਰਮ ਦੇ ਖੇਤਰ ਅੰਦਰ ਲੱਗੇ ਜ਼ਰੂਰ ਹੋਏ ਹਾਂ, ਪ੍ਰਾਪਤੀ ਕੁਛ ਵੀ ਨਹੀਂ ਹੋ ਰਹੀ, ਇੱਕ ਭਰਮ 'ਚ ਜਿਉਂ ਰਹੇ ਹਾਂ ਤੇ ਜਿਹੜੀ ਸੰਸਾਰੀ ਇੱਛਾ ਹੈ ਉਹ ਸਾਡੇ ਅੰਦਰ ਉਵੇਂ ਦੀ ਉਵੇਂ ਬਰਕਰਾਰ ਹੈ। ਫਿਰ ਅਸੀਂ ਸੰਸਾਰੀ ਇੱਛਾ ਵੀ ਠਾਲ ਲੈਂਦੇ ਹਾਂ ਤੇ ਕੰਮ ਲੈਣਾ ਚਾਹੁੰਦੇ ਹਾਂ ਅਸੀਂ ਧਾਰਮਿਕ ਕੰਮ ਤੋਂ, ਗੁਰਬਾਣੀ ਤੋਂ। ਗੁਰਬਾਣੀ ਦਾ ਆਸਰਾ ਤਾਕ ਕੇ ਸੰਸਾਰੀ ਇੱਛਾ ਪੂਰੀ ਕਰਨੀ ਚਾਹੁੰਦੇ ਹਾਂ। ਦੋਨੇ ਚੀਜ਼ਾਂ ਡਿਪਰੈਸ਼ਨ ਦਾ ਕਾਰਨ ਬਣ ਜਾਂਦੀਆਂ, ਕਿਉਂਕਿ ਜਿਹੜੀ ਗੁਰਬਾਣੀ ਆ ਉਹ ਸੰਸਾਰੀ ਇੱਛਾ ਦੇ ਨਾਲ ਉਹਦੀ ਕੋਈ ਸਹਿਮਤੀ ਨਹੀਂ ਹੈ। ਪਰ ਸਾਡੇ ਅੰਦਰ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ ਉਹਨਾਂ ਨੇ ਸਿਖਾਈ ਇਹ ਕੁਛ ਹੋਇਆ, ਕਲੈਸ਼ ਹੋ ਜਾਂਦਾ ਹੈ, ਦੋਨਾਂ ਦਾ ਟਕਰਾਅ ਹੁੰਦਾ ਹੈ, ਕੁਛ ਵੀ ਨਹੀਂ ਲੱਭਦਾ। ਜਦ ਕਿ ਗੁਰਬਾਣੀ ਨੇ ਸਾਰਾ ਕੁਝ ਦੱਸਿਆ ਕਿ ਜੋ ਮਾਇਆ ਦੇ ਵਿੱਚ ਹੈ ਉਹ ਤੇਰਾ ਬਾਹਰਲੇ ਸਰੀਰ ਵਾਸਤੇ ਸਾਰਾ ਕੁਝ ਪਿਆ, ਜਿੰਨੀ ਕਿ ਤੈਨੂੰ ਲੋੜ ਹੈ। ਜਿਵੇਂ ਮੰਨ ਲਓ ਹੁਣ ਮੋਬਾਈਲ ਫੋਨ ਹੀ, ਤੇ ਮੋਬਾਈਲ ਫੋਨ ਤਾਂ ਲੱਖ 1.5 ਲੱਖ ਰੁਪਏ ਦਾ ਵੀ ਹੈ, ਉਹਦੇ ਨਾਲ ਵੀ ਗੱਲਬਾਤ ਹੀ ਹੋਣੀ ਹੈ। ਤੇ ਮੋਬਾਈਲ 5-7 ਹਜ਼ਾਰ ਦਾ ਵੀ ਆ ਜਾਂਦਾ, ਉਹਦੇ ਨਾਲ ਵੀ ਗੱਲਬਾਤ ਹੋਣੀ ਹੈ। ਪਰ ਜਦੋਂ ਸਾਡੀ ਇੱਛਾ ਜ਼ਿਆਦਾ ਵੱਧਦੀ ਹੈ ਕਿ ਨਹੀਂ 5-7 ਹਜ਼ਾਰ ਵਾਲਾ ਨਹੀਂ, ਲੱਖ 1.5 ਲੱਖ ਵਾਲਾ ਮੋਬਾਈਲ ਸਾਡੇ ਕੋਲ ਵੀ ਹੋਵੇ, ਸਾਡਾ ਵੀ ਸਟੈਂਡਰਡ ਹੈ, ਸਾਡਾ ਕੋਈ ਸਟੇਟਸ ਹੈ, ਨਵੇਂ ਸ਼ਬਦ ਵਰਤਦੇ, ਉਹ ਸਟੇਟਸ ਦਿਖਾਉਣ ਵਾਸਤੇ ਫਿਰ ਸਾਨੂੰ ਕੁਛ ਨਾ ਕੁਛ ਤਾਂ ਹੁਣ ਕਰਨਾ ਹੀ ਪਊਗਾ। ਉਹ ਸਟੇਟਸ ਨੂੰ ਬਰਕਰਾਰ ਰੱਖਣ ਵਾਸਤੇ ਹੀ ਅਸੀਂ ਆਪਣਾ ਜਿਹੜਾ ਪਰਮਾਰਥ ਅਸਲ ਹੈ ਉਹਨੂੰ ਛੱਡ ਕੇ ਜਿਹੜਾ ਨਕਲ ਪਰਮਾਰਥ ਸਾਡੇ ਸੰਸਾਰ 'ਚ ਪ੍ਰਚਲਿਤ ਹੈ ਉਹਦਾ ਆਸਰਾ ਤੱਕ ਲੈਂਦੇ। ਜਦੋਂ ਸੁਰਤ ਉਹ ਨਕਲੀ ਪਰਮਾਰਥ ਦਾ ਆਸਰਾ ਤੱਕਦੀ ਹੈ ਤੇ ਉਵੇਂ ਕਰਨ ਲੱਗ ਜਾਂਦੀ ਹੈ ਤੇ ਨਾ ਤਾਂ ਉਹਦੇ ਕੋਲ ਫਿਰ ਸਵਾਰਥ ਸੰਸਾਰੀ ਰਹਿ ਜਾਂਦਾ ਤੇ ਨਾ ਨਿਰਾਕਾਰੀ ਪਰਮਾਰਥ ਮਿਲਦਾ, ਉਹ ਦੋਨਾਂ 'ਚ ਫਸ ਜਾਂਦੀ ਹੈ। ਸਰੀਰਕ ਉਮਰ ਵੱਧਦੀ ਹੈ, ਅਗਲਾ ਕਹਿੰਦਾ ਬਣਿਆ ਕੁਛ ਨਹੀਂ, ਮੇਰਾ ਤਾਂ ਸੰਸਾਰ ਵੀ ਗਿਆ ਤੇ ਮੇਰੀ ਇੱਧਰ ਵੀ ਮੈਨੂੰ ਕੋਈ ਸ਼ਾਂਤੀ ਨਹੀਂ ਆ ਰਹੀ ਤੇ ਮੈਂ ਕਰਨ ਦਾ ਕੀ ਕਰਾਂ। ਫਿਰ ਉਹ ਡਿਪਰੈਸ ਵਾਲੇ ਪਾਸੇ ਨੂੰ ਜਾਂਦਾ ਤੇ ਜਾਂ ਫਿਰ ਉਹ ਹੰਕਾਰ ਵਾਲੇ ਪਾਸੇ ਨੂੰ ਚਲਾ ਜਾਂਦਾ, ਜਾਂ ਤਾਂ ਉਹ ਖੁਦ ਡਿਪਰੈਸ਼ਨ ਚਲੇ ਜਾਊਗਾ ਤੇ ਜਾਂ ਫਿਰ ਉਹ ਹੰਕਾਰੀ ਬਿਰਤੀ ਧਾਰ ਲੈਂਦਾ ਵੀ ਧਰਮ ਦੇ ਠੇਕੇਦਾਰ ਨੇ ਜਿਵੇਂ ਲੋਕ ਕਰਦੇ ਆਪਾਂ ਵੀ ਉਵੇਂ ਕਰੋ, ਆਪਾਂ ਵੀ ਲੋਕਾਂ ਨੂੰ ਪੁੱਛਿਆ ਦਿਓ ਵੀ ਤੂੰ ਐਂ ਕਰ ਲਾ, ਐਂ ਹੋ ਜਾਂਦਾ, ਸਾਨੂੰ ਐਂ ਦੇ ਦੇ, ਥੋੜਾ ਬਹੁਤਾ ਚੜਾਵਾ ਸਾਨੂੰ ਚੜਾ ਜਾ ਤੇ ਤੇਰਾ ਕੰਮ ਆ ਪੂਰਾ ਹੋ ਜੂ, ਅਸੀਂ ਤੇਰੀ ਅਰਦਾਸ ਬੇਨਤੀ ਕਰਦੇ ਹਾਂਗੇ। ਜਦ ਕਿ ਗੁਰਬਾਣੀ ਕਹਿੰਦੀ ਹੈ ਦੋਏ ਕਰ ਜੋੜ ਕਰੋ ਅਰਦਾਸ, ਉਹ ਕਿਸੇ ਨੂੰ ਨਾਲ ਦੇ ਨੂੰ ਕਹਿੰਦੇ ਵੀ ਤੂੰ ਆਪਣੇ ਦੋਨੇ ਕਰ ਇਕੱਠੇ ਕਰ, ਆਤਮਾ ਤੇ ਪ੍ਰਾਤਮਾ ਇੱਕ ਕਰ, ਕਰੋ ਅਰਦਾਸ, ਫੇਰ ਅਰਦਾਸ ਕਰ, ਤੁਧ ਭਾਵੈ ਤਾਂ ਆਣੇ ਰਾਸ। ਆਹ ਗੱਲ ਕਹਿ, ਆਤਮਾ ਪ੍ਰਾਤਮਾ ਇੱਕ ਕਰਕੇ ਫਿਰ ਅਰਦਾਸ ਕਰ, ਆਪਣੇ ਆਪ ਨੂੰ ਨੀਵਾਂ ਕਰ, ਆਪਣੇ ਆਪ ਦੀ ਹੰਗਤਾ ਗਵਾ, ਤੁਧ ਪਾਣ ਫਿਰ ਵੀ ਤੇਰਾ ਪਾਣਾ ਜਿਵੇਂ ਤੇਰੀ ਰਜਾ ਹੈ, ਤਾਂ ਆਣੇ ਰਾਸ, ਫਿਰ ਰਾਸ ਆ ਜਾਂਦੀ ਹੈ ਗੱਲ। ਹੁਣ ਇਹ ਗੱਲ ਕਹਿਣੀ ਤਾਂ ਬਹੁਤ ਔਖੀ ਹੈ। ਗੁਰਬਾਣੀ ਕਹਿੰਦੀ ਹੈ ਸਤ ਸੰਤੋਖ ਹੋਵੇ ਅਰਦਾਸ, ਕਿ ਤੂੰ ਸਤ ਸਰੂਪ ਹੈ, ਤੂੰ ਸੰਤੋਖੀ ਬਣ, ਤੂੰ ਮਾਇਆ ਛੱਡ, ਇਹ ਅਰਦਾਸ ਕਰ ਤਾਂ ਸੁਣ ਸੱਧ ਬਹਾਲੇ ਪਾਸ। ਉਹ ਸੁਣ ਵੀ ਲੈਂਦਾ, ਇਦੋਂ ਥੱਲੇ ਉਹ ਅਰਦਾਸ ਸੁਣਦਾ ਹੀ ਨਹੀਂ। ਗੁਰਬਾਣੀ ਦਾ ਫਰਮਾਨ ਹੈ ਕਿ ਸਤ ਸੰਤੋਖ ਹੋਵੇ ਅਰਦਾਸ, ਇਹੀ ਜੀ ਅਰਦਾਸ ਕਰ, ਪਾਤਸ਼ਾਹ ਕਹਿੰਦੇ ਜੇ ਕਰਨੀ ਹੋਈ ਤਾਂ ਸੁਣ ਸੱਧ ਬਹਾਲੇ ਪਾਸ, ਕਹਿੰਦੇ ਸੁਣ ਲੈਂਦਾ ਉਹ, ਹਰ ਕੋਲ ਬਿਠਾਉਂਦਾ ਵੀ ਇੱਥੇ ਬੈਠ, ਹੇ ਮੇਰੇ ਮਨਾ ਹੁਣ ਤੂੰ ਆਪਣੇ ਅੰਦਰ ਝਾਤੀ ਮਾਰ ਵੀ ਤੂੰ ਕਿਹੜੀਆਂ ਅਰਦਾਸਾਂ ਕਰਦਾ ਤੇ ਤੇਰਾ ਗੁਰੂ ਹੈ ਜਿਹੜਾ ਉਹ ਕੀ ਕਹਿ ਰਿਹਾ ਤੇ ਤੂੰ ਕਰ ਕੀ ਰਿਹਾ। ਫੈਸਲਾ ਕਿਹਨੇ ਕਰਨਾ? ਗੁਰੂ ਨੇ। ਤੇ ਗੁਰੂ ਤਾਂ ਕੁਝ ਹੋਰ ਕਹਿ ਰਿਹਾ। ਸੋ ਜੀਵਨ ਰੁਕਦਾ ਜਾ ਰਿਹਾ ਹੈ,
ਜੀਵਨ ਸ੍ਰੇਸ਼ਟ ਨਹੀਂ ਹੁੰਦਾ ਜਾ ਰਿਹਾ। ਸੋ ਫਿਰ ਧਰਤੀ ਦੇ ਉੱਪਰ ਭਾਰ ਹੈ, ਸਾਡੇ ਵੀ ਭਾਰ ਹੈ। ਇੱਕ ਤਾਂ ਭਾਰ ਹੈ ਜਿਹੜੇ ਹੁਕਮੀ ਨੇ ਉਹਨਾਂ ਦਾ, ਇੱਕ ਭਾਰ ਕੀ ਹੈ ਜਿਹੜੀ ਹੇ ਮੇਰੇ ਮਨ ਤੇਰੀ ਜਿਹੜੀ ਧਰਤੀ ਹੈ, ਤੇਰਾ ਜਿਹੜਾ ਹਿਰਦਾ ਹੈ ਉਹਦੇ ਉੱਤੇ ਭਾਰ ਕੀ ਹੈ, ਹਉਮੈ ਮੋਹ ਭਰਮ ਪੈ ਭਾਰ। ਇੱਕ ਉਹ ਗੁਰਮੁਖ ਨੇ ਜਿਨ੍ਹਾਂ ਦੀ ਧਰਤੀ ਵਾ ਹਿਰਦੇ ਦੇ ਉੱਪਰ ਭਾਰ ਹੈ ਹੁਕਮ ਦਾ, ਕਿਸ ਦਾ ਹੁਕਮ 'ਚ ਹੀ ਰਹਿਣਾ, ਅਸੀਂ ਹੁਕਮ 'ਚੋਂ ਬਾਹਰ ਨਹੀਂ ਜਾਣਾ। ਉਹਨਾਂ ਨੇ ਸਾਰਿਆਂ ਦੇ ਅੰਦਰ ਦੇਖ ਲਿਆ ਵੀ ਸਾਰਿਆਂ ਦੀ ਧਰਤੀ ਦੇ ਉੱਪਰ, ਸਾਰਿਆਂ ਦੇ ਹਿਰਦੇ ਦੇ ਉੱਪਰ ਚੱਲਦਾ ਤਾਂ ਹੁਕਮ ਹੈ, ਹੁਕਮ ਤੋਂ ਬਾਹਰ ਤਾਂ ਕੋਈ ਵੀ ਨਹੀਂ ਹੈ। ਹੁਕਮੇ ਅੰਦਰ ਸਭ ਕੁਝ, ਸਾਰੇ ਹੁਕਮ 'ਚ ਨੇ, ਹੁਕਮ 'ਚੋਂ ਬਾਹਰ ਤਾਂ ਕੁਝ ਵੀ ਨਹੀਂ। ਪਰ ਤਿਸ ਦਾ ਭਾਰ ਤਲੈ ਕਵਣ ਜੋਰ, ਕਈ ਆਪਣਾ ਜ਼ੋਰ ਲਾਉਂਦੇ ਆ, ਆਪਣਾ ਵੀ ਹੁਕਮ ਪੈਦਾ ਕਰਦੇ, ਆਪਣਾ ਭਾਰ ਵਧਾਉਂਦੇ। ਹੇ ਮੇਰੇ ਮਨਾ ਤੂੰ ਆਪਣਾ ਹੀ ਭਾਰ ਵਧਾਉਣਾ ਵੀ ਐਂ ਹੋ ਜਾਵੇ, ਆਏ ਨਹੀਂ ਤਾਂ ਐਂ ਹੋ ਜਾਂਦਾ। ਹੁੰਦਾ ਕੁਛ ਵੀ ਨਹੀਂ। ਜੇ ਕੋਈ ਇਸ ਸੰਸਾਰ ਦੇ ਵਿੱਚ ਕੁਛ ਕਰਦਾ ਵੀ ਹੈ, ਉਹ ਵੀ ਮਾਇਆ 'ਚ ਹੀ ਕੁਛ ਕਰ ਸਕਦਾ, ਆਤਮਿਕ ਤੌਰ ਤੇ ਨਹੀਂ ਕੁਛ ਕਰ ਸਕਦਾ। ਕੋਈ ਆਤਮਿਕ ਤੌਰ ਤੇ ਕੁਛ ਕਰਾਵੇ ਫਿਰ ਤਾਂ ਹੈ ਗੱਲ ਬਣਦੀ। ਜੇ ਹੁਣ ਅਸੀਂ ਸੰਸਾਰੀ ਤੌਰ ਤੇ ਦੇਖੀਏ, ਸੰਸਾਰੀ ਤੌਰ ਤੇ ਤਾਂ ਡਾਕਟਰਾਂ ਨੇ ਬਹੁਤ ਕੁਛ ਕਰਤਾ ਅੱਜ ਕੱਲ੍ਹ, ਹੋਰ ਬਥੇਰਾ ਕੁਛ ਹੋ ਹੀ ਰਿਹਾ। ਮਾਇਆ, ਜਿਹੜੇ ਲੋਕ ਕਦੇ ਰੱਬ ਦਾ ਨਾਮ ਵੀ ਨਹੀਂ ਲੈਂਦੇ, ਜਿਹਨਾਂ ਨੂੰ ਪਤਾ ਹੀ ਨਹੀਂ ਵੀ ਰੱਬ ਵੀ ਕੋਈ ਚੀਜ਼ ਹੈ, ਉਹਨਾਂ ਕੋਲ ਵੀ ਬਥੇਰੀ ਪਈ ਹੈ। ਪਰ ਜਿਹੜਾ ਅਸਲ ਰੱਬ ਹੈ ਨਾ, ਜੋ ਗੁਰਬਾਣੀ ਨੇ ਵੀ ਰੱਬ ਆਖਿਆ, ਜਾਂ ਜਿਹੜੇ ਸਤਿਪੁਰਖ ਰੱਬ ਆਖਦੇ, ਉਸ ਰੱਬ ਦੀ ਵਿਆਖਿਆ ਨਹੀਂ ਕੋਈ ਕਰਦਾ ਕਿ ਉਹ ਰੱਬ ਕਿਹੜਾ ਹੈ। ਜਿੰਨਾ ਚਿਰ ਉਸ ਚੀਜ਼ ਦੀ ਅਸਲ ਗੱਲ ਸਮਝਾਈ ਨਹੀਂ ਜਾਂਦੀ, ਅਸਲ 'ਚ ਰੱਬ ਹੈ ਕੀ ਚੀਜ਼, ਉਨਾ ਚਿਰ ਜਿਹੜਾ ਨਕਲੀ ਰੱਬ ਹੈ ਉਹਦਾ ਖਹਿੜਾ ਨਹੀਂ ਛੁੱਟਦਾ। ਪਰ ਜਿਹੜਾ ਅਸਲੀ ਰੱਬ ਬਾਰੇ ਸਮਝਾਉਂਦਾ ਵੀ ਹੈ, ਉਹਦੀ ਗੱਲ ਸਮਝਣੀ ਬਹੁਤ ਔਖੀ ਹੈ। ਮੁਸ਼ਕਿਲ ਫੇਰ ਬਰਾਬਰ ਖੜਦੀ ਆ, ਕਿਉਂਕਿ ਗੁਰਬਾਣੀ ਅਸਲੀ ਰੱਬ ਬਾਰੇ ਸਮਝਾਉਂਦੀ ਹੈ, ਸਮਝਣਾ ਬਹੁਤ ਔਖਾ ਹੈ। ਪਾਤਸ਼ਾਹੀਆਂ ਨੇ ਅਸਲੀ ਰੱਬ ਬਾਰੇ ਸਮਝਾਇਆ, ਸਮਝਣਾ ਬੜਾ ਔਖਾ ਹੋਇਆ। ਤਾਂ ਹੀ ਉਹਨਾਂ ਨੂੰ ਕਹਿਣਾ ਪਿਆ ਵੀ ਹੈਨ ਵਿਰਲੇ ਨਹੀਂ ਕਣੇ। ਕੋਟਨ ਮੈਂ ਕੋ ਕਰੋੜਾਂ ਦੇ ਵਿੱਚ ਕੋਈ ਏਕ ਹੈ, ਕੋਟ ਮਧੇ ਕੋ ਵਿਰਲਾ ਸੇਵਕ, ਹੋਰ ਸਭੋ ਵਿਹਾਰੀ। ਕਹਿੰਦੇ ਕਰੋੜਾਂ ਦੇ ਵਿੱਚੋਂ ਇੱਕ ਨਦ ਦਾ ਕੋਈ ਵਿਰਲਾ ਹੈ ਜਿਹੜਾ ਸੇਵਕ ਹੈ, ਹੋਰ ਸਭੇ ਵਿਹਾਰੀ, ਬਾਕੀ ਤਾਂ ਸਭ ਵਿਹਾਰੀ ਨੇ। ਵਿਹਾਰ ਨਾਲ ਕੁਝ ਕਰਦੇ ਆ ਵੀ ਆਹ ਵੀ ਕਰ ਲਓ, ਧਰਮ ਦਾ ਕੰਮ ਆਹ ਵੀ ਕਰ ਲਓ, ਜਿਵੇਂ ਹੁਣ ਸਿੱਖ ਮੱਤ 'ਚ ਵੀ ਚੱਲਦਾ। ਇਹ ਸਭ ਵਿਵਹਾਰੀ ਹੈ। ਇਹ ਮੇਰੇ ਮਨਾ ਤੂੰ ਵਿਵਹਾਰੀ ਹੈ, ਕੋਟ ਮਧੇ ਕੋ ਹਰ ਕਾ ਸੇਵਕ ਨਹੀਂ ਹੈ, ਤੂੰ ਸੇਵਕ ਨਹੀਂ ਹੈ। ਆਪਣੇ ਨਾਂ ਨਾਲ ਸੇਵਕ ਲਿਖ ਲੈਣਾ ਕੋਈ ਸੇਵਕ ਨਹੀਂ ਬਣਦਾ। ਸੱਚਖੰਡ ਪ੍ਰਵਾਨ ਕਰੇ ਵੀ ਤੂੰ ਸੇਵਕ ਹੈ। ਉੱਥੋਂ ਅਥਾਰਟੀ ਆਵੇ। ਹੁਣ ਉੱਥੋਂ ਦੀ ਅਥਾਰਟੀ ਦਾ ਕਿਵੇਂ ਪਤਾ ਲੱਗੂ? ਪਤਾ ਲੱਗ ਜਾਂਦਾ ਹੈ। ਲੱਗ ਗਿਆ ਸੀ ਪਤਾ ਭਾਈ ਮਨੀ ਸਿੰਘ ਜੀ ਦਾ, ਬਾਬਾ ਦੀਪ ਸਿੰਘ ਜੀ ਦਾ, ਭਾਈ ਤਾਰੂ ਸਿੰਘ ਜੀ ਦਾ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਸਾਹਿਬਜ਼ਾਦੇ, ਪਤਾ ਲੱਗਿਆ ਸਭ ਦੇ ਸਾਹਮਣੇ ਸੀ। ਪਾਤਸ਼ਾਹੀਆਂ ਨੂੰ ਤਾਂ ਅਸੀਂ ਇਸ ਗੱਲ ਤੋਂ ਬਾਹਰ ਕੱਢ ਲੈਂਦੇ ਜੀ, ਉਹ ਤਾਂ ਖੁਦ ਹੀ ਸੀ ਸਾਰਾ ਕੁਝ, ਉਹਨਾਂ ਦੀ ਰੀਸ ਨਹੀਂ ਕੋਈ ਕਰ ਸਕਦਾ, ਫਿਰ ਇਹਨਾਂ ਨੇ ਕਿਵੇਂ ਕਰਨੀ? ਜੇ ਪੰਜਵੇਂ ਪਾਤਸ਼ਾਹ ਤੱਤੀ ਤਵੀ ਤੇ ਬੈਠ ਸਕਦਾ ਹੈ, ਕਿ ਪਾਣੀ ਉਬਲਦੇ 'ਚ ਬਹਿਣਾ ਕਿਹੜਾ ਸੌਖਾ ਹੈ? ਉੱਥੇ ਵੀ ਤਾਂ ਭਾਈ ਦਿਆਲਾ ਜੀ ਬੈਠ ਹੀ ਗਏ। ਕੋਈ ਫਰਕ ਨਹੀਂ ਹੈ। ਉਹ ਸਾਨੂੰ ਜ਼ਰੂਰ ਸੰਸਾਰੀਆਂ ਨੂੰ ਫਰਕ ਲੱਗਦਾ ਹੈ, ਕਿਉਂਕਿ ਸਾਡੇ ਅੰਦਰ ਸੰਸਾਰੀ ਪਕੜ ਜ਼ਿਆਦਾ ਹੈ, ਨਿਰਾਕਾਰੀਆਂ ਵਾਲੀ ਪਕੜ ਨਹੀਂ ਹੈ। ਨਿਰਾਕਾਰੀਆਂ ਵਾਲੀਆਂ ਪਕੜ ਆਤਮਾ ਨਾਲ ਸੰਬੰਧਿਤ ਹੈ, ਸੰਸਾਰੀਆਂ ਦੀ ਪਕੜ ਸਰੀਰਾਂ ਨਾਲ ਸੰਬੰਧਿਤ ਹੈ। ਪਰ ਜਿਹੜਾ ਗੁਰਮੁਖ ਹੁੰਦਾ, ਉਹ ਸੰਸਾਰ 'ਚ ਰਹਿੰਦਾ ਹੋਇਆ ਵੀ ਸਰੀਰ ਦੀ ਪਕੜ ਤੋੜ ਕੇ ਦਿਖਾਉਂਦਾ। ਪਰ ਸਾਡੀ ਨਹੀਂ ਟੁੱਟਦੀ, ਕਿਉਂਕਿ ਸਾਨੂੰ ਕੋਈ ਉਸ ਐਂਗਲ ਤੋਂ ਸਮਝਾਉਂਦਾ ਵੀ ਨਹੀਂ। ਹਾਂ, ਇਹ ਗੱਲ ਠੀਕ ਹੈ, ਜੇ ਕੋਈ ਉਸ ਐਂਗਲ ਤੋਂ ਲਗਾਤਾਰ ਹੀ ਸਮਝਾਈ ਚੱਲੇ ਨਾ, ਹਰ ਵੇਲੇ ਇੱਕੋ ਹੀ ਗੱਲ ਚੱਲਦੀ ਰਹੇ, ਆਤਮਾ ਤੇ ਸੰਬੰਧਿਤ ਹੁੰਦੀ ਆ, ਤਾਂ ਬਹੁਤ ਲੋਕਾਂ ਤੇ ਫਰਕ ਪੈ ਜਾਂਦਾ। ਬਹੁਤਾ ਨਹੀਂ ਤਾਂ ਥੋੜਾ ਥੋੜਾ ਤਾਂ ਪੈ ਹੀ ਜਾਂਦਾ।
ਫਿਰ ਮੌਕਾ ਮਿਲ ਜਾਂਦਾ, ਅੱਗੇ ਸਰੀਰ ਦੁਬਾਰਾ ਫਿਰ ਮਿਲ ਜਾਂਦਾ, ਉਹਦੇ 'ਚ ਹੋਰ ਅੱਗੇ ਵੱਧ ਜਾਂਦਾ। ਪਰ ਜੇ ਹੁਣ ਸਾਰਾ ਜ਼ੋਰ ਹੀ ਪਰਮਾਰਥ ਨੂੰ ਸਵਾਰਥ ਬਣਾ ਕੇ ਸੁਣਾਈ ਚੱਲਣ, ਫਿਰ ਪਾਤਸ਼ਾਹ ਕਹਿੰਦੇ ਕੂੜ ਡੋਬੈ ਪੂਰ, ਤੇ ਪੂਰਾਂ ਦੇ ਪੂਰ ਡੁੱਬਦੇ ਵੀ ਨੇ। ਸੋ ਤਿਸਤੇ ਭਾਰ ਤਲੈ ਕਬਣ ਜੋਰ, ਉਹ ਵੀ ਹਨ ਜਿਨ੍ਹਾਂ ਨੇ, ਗੁਰਮੁਖਾਂ ਨੇ ਆਪਣੇ ਹਿਰਦੇ ਦੇ ਅੰਦਰ ਭਾਰ ਪਾਇਆ ਹੋਇਆ ਹੁਕਮ ਦਾ, ਵੀ ਹੁਕਮ ਤੋਂ ਬਾਹਰ ਜਾਣਾ ਹੀ ਨਹੀਂ। ਤਾਂ ਕਬਣ ਜ਼ੋਰ, ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਕਮ ਦਾ ਜ਼ੋਰ ਕਿੰਨਾ ਕੁ ਹੈ। ਫਿਰ ਉਹ ਹੁਕਮ ਦੇ ਜ਼ੋਰ ਨਾਲ ਇਸ ਸੰਸਾਰ ਦੇ ਵਿੱਚ ਬੋਲਦੇ ਵੀ ਨੇ। ਹਉ ਬੁਲਾਇਆ ਬੋਲੇ ਖਸਮ ਦਾ, ਗੁਰਮੁਖ ਬੋਲਦੇ ਨੇ, ਗੁਰਮੁਖਾਂ ਦਾ ਬੋਲਿਆ ਪ੍ਰਵਾਨ ਹੁੰਦਾ। ਸੋ ਇੱਥੋਂ ਤੱਕ ਇਹ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ। ਅਗਲੇ ਸ਼ਬਦ ਦੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਤਾਂ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।